ਦੋਸਤੋ, ਤੁਹਾਡੀ ਕਾਮਯਾਬੀ ਤੁਹਾਡੇ ਘਰ ਵਿੱਚ ਸੁੱਖ ਸ਼ਾਂਤੀ ਲੈ ਕੇ ਆਉਂਦੀ ਹੈ। ਅੱਜ ਦੀ ਕਹਾਣੀ ਜੋ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ, ਇਸ ਵਿੱਚ ਸਾਰੀ ਦੁਨੀਆ ਦਾ ਗਿਆਨ ਸ਼ਾਮਲ ਹੈ ਤੇ ਸਾਰੀਆਂ ਮੁਸੀਬਤਾਂ ਦਾ ਹੱਲ ਵੀ ਹੈ। ਇਸੇ ਲਈ ਇਸ ਕਹਾਣੀ ਨੂੰ ਅੰਤ ਤੱਕ ਜ਼ਰੂਰ ਦੇਖਿਓ। ਬਹੁਤ ਸਮੇਂ ਪਹਿਲਾਂ ਦੀ ਗੱਲ ਹੈ ਕਿ ਇੱਕ ਧਨਵਾਨ ਸੇਠ ਇੱਕ ਪਿੰਡ ਵਿੱਚ ਰਹਿੰਦਾ ਸੀ। ਉਸ ਕੋਲ ਬਹੁਤ ਧਨ ਦੌਲਤ ਸੀ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ। ਉਸਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਸਫਲਤਾਵਾਂ ਪ੍ਰਾਪਤ ਕੀਤੀਆਂ ਸਨ। ਉਹ ਆਪਣੇ ਜੀਵਨ ਵਿੱਚ ਕਦੇ ਵੀ ਹਾਰਿਆ ਨਹੀਂ ਸੀ। ਉਸ ਦਾ ਵਪਾਰ ਵੀ ਕਾਫੀ ਵਾਧੇ ਵਿੱਚ ਸੀ, ਕਿਉਂਕਿ ਉਸਦੇ ਪਿਤਾ ਜੀ ਨੇ ਉਸ ਨੂੰ 4 ਅਜਿਹੀਆਂ ਗੱਲਾਂ ਦੱਸੀਆਂ ਹੋਈਆਂ ਸਨ ਜਿਨ੍ਹਾਂ ਦੀ ਉਹ ਪਾਲਣਾ ਕਰਦਾ ਸੀ ਤੇ ਆਪਣੇ ਜੀਵਨ ਵਿੱਚ ਉਹਨਾਂ 4 ਗੱਲਾਂ ਨੂੰ ਉਸਨੇ ਉਤਾਰਿਆ ਸੀ, ਜਿਸ ਦੀ ਵਜ੍ਹਾ ਨਾਲ ਉਹ ਕਦੇ ਹਾਰਿਆ ਨਹੀਂ ਸੀ ਤੇ ਜੀਵਨ ਦੇ ਹਰ ਖੇਤਰ ਵਿੱਚ ਉਹ ਸਫਲ ਸੀ। ਉਸ ਦਾ ਜੀਵਨ ਵੀ ਬੜਾ ਸੁਖਮਈ ਸੀ। ਇਸੇ ਤਰ੍ਹਾਂ ਕਾਫੀ ਸਮਾਂ ਲੰਘ ਗਿਆ ਤੇ ਹੁਣ ਉਹ ਧਨਵਾਨ ਸੇਠ ਕਾਫੀ ਬੁੱਢਾ ਹੋ ਚੁੱਕਿਆ ਸੀ। ਹੁਣ ਉਸ ਨੂੰ ਲੱਗਣ ਲੱਗਿਆ ਸੀ ਕਿ ਮੇਰੀ ਮੌਤ ਕਾਫੀ ਕਰੀਬ ਹੈ, ਮੇਰੀ ਮੌਤ ਕਦੇ ਵੀ ਹੋ ਸਕਦੀ ਹੈ। ਉਸ ਨੂੰ ਇਹ ਵੀ ਪਤਾ ਸੀ ਕਿ ਉਸ ਦਾ ਬੇਟਾ ਬਹੁਤ ਭੋਲਾ ਹੈ ਤੇ ਬਹੁਤ ਨਾਦਾਨ ਹੈ। ਉਸ ਨੂੰ ਅਜੇ ਦੁਨੀਆਦਾਰੀ ਦੀ ਸਮਝ ਨਹੀਂ ਹੈ। ਇਸ ਲਈ ਉਸਨੇ ਆਪਣੇ ਬੇਟੇ ਨੂੰ ਆਪਣੇ ਕੋਲ ਬੁਲਾਇਆ ਤੇ ਕਹਿਣ ਲੱਗਿਆ ਕਿ ਬੇਟਾ, ਮੈਂ ਆਪਣੇ ਪਿਤਾ ਜੀ ਤੋਂ 4 ਗੱਲਾਂ ਸਿੱਖੀਆਂ ਸਨ ਤੇ ਉਹਨਾਂ ਗੱਲਾਂ ਨੂੰ ਆਪਣੇ ਜੀਵਨ ਵਿੱਚ ਉਤਾਰਿਆ ਸੀ ਤੇ ਉਹਨਾਂ 4 ਗੱਲਾਂ ਕਰਕੇ ਹੀ ਮੈਂ ਇੰਨਾ ਸੁਖਮਈ ਜੀਵਨ ਬਤੀਤ ਕੀਤਾ ਤੇ ਮੈਂ ਹੁਣ ਤੱਕ ਆਪਣੀ ਜ਼ਿੰਦਗੀ ਵਿੱਚ ਸਫਲ ਹੋਇਆ ਹਾਂ। ਉਹਨਾਂ ਗੱਲਾਂ ਕਰਕੇ ਹੀ ਮੈਂ ਸੁਖੀ ਧਨਵਾਨ ਹੋਇਆ ਹਾਂ। ਨਾ ਹੀ ਮੈਨੂੰ ਕਦੇ ਕੋਈ ਬਿਮਾਰੀ ਹੋਈ ਤੇ ਨਾ ਹੀ ਕਦੇ ਮੈਨੂੰ ਧਨ ਦੀ ਕੋਈ ਕਮੀ ਹੋਈ। ਮੈਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ, ਪਰ ਮੈਂ ਚਾਹੁੰਦਾ ਹਾਂ ਕਿ ਤੂੰ ਮੇਰੇ ਤੋਂ ਵੀ ਵੱਧ ਪ੍ਰਸਿੱਧੀ ਹਾਸਲ ਕਰੇ। ਤੂੰ ਮੇਰੇ ਨਾਲੋਂ ਵੀ ਅੱਗੇ ਵਧੇ, ਤੂੰ ਹੋਰ ਜ਼ਿਆਦਾ ਨਾਮ ਕਮਾਵੇਂ ਤੇ ਹੋਰ ਧਨ ਕਮਾਵੇਂ। ਫਿਰ ਉਹ ਧਨਵਾਨ ਸੇਠ ਨੇ ਆਪਣੇ ਬੇਟੇ ਨੂੰ ਕਿਹਾ ਕਿ ਬੇਟਾ, ਅੱਜ ਮੈਂ ਤੈਨੂੰ ਦੁਨੀਆ ਦੀਆਂ 4 ਮਹੱਤਵਪੂਰਨ ਗੱਲਾਂ ਦੱਸਣ ਜਾ ਰਿਹਾ ਹਾਂ, ਜਿਹੜੀਆਂ ਮੈਨੂੰ ਮੇਰੇ ਪਿਤਾ ਜੀ ਨੇ ਦੱਸੀਆਂ ਸਨ। ਜੇ ਤੂੰ ਵੀ ਇਹਨਾਂ ਨੂੰ ਆਪਣੇ ਜੀਵਨ ਵਿੱਚ ਉਤਾਰ ਲਿਆ ਤੇ ਇਹਨਾਂ ਦਾ ਨਿਯਮਿਤ ਰੂਪ ਵਿੱਚ ਪਾਲਣ ਕੀਤਾ ਤਾਂ ਤੂੰ ਵੀ ਆਪਣੇ ਜੀਵਨ ਵਿੱਚ ਸਫਲ ਹੋ ਜਾਵੇਂਗਾ ਤੇ ਸੁਖਮਈ ਜੀਵਨ ਬਤੀਤ ਕਰੇਂਗਾ। ਇਸ ਨਾਲ ਨਾ ਤਾਂ ਤੇਰੇ ਘਰ ਪਰਿਵਾਰ ਤੇ ਕੋਈ ਦੁੱਖ ਆਵੇਗਾ ਤੇ ਨਾ ਹੀ ਤੇਰੇ ਵਪਾਰ ਨੂੰ ਕੋਈ ਨੁਕਸਾਨ ਹੋਵੇਗਾ। ਇੰਨਾ ਕਹਿ ਕੇ ਉਹ ਆਪਣੇ ਬੇਟੇ ਨੂੰ 4 ਗੱਲਾਂ ਦੱਸਣ ਲੱਗਦਾ ਹੈ। ਉਹ ਕਹਿੰਦਾ ਹੈ ਕਿ ਪਹਿਲੀ ਗੱਲ ਇਹ ਹੈ ਕਿ ਆਪਣੇ ਕੰਮ ਤੇ ਸ਼ਾਮ ਵਿੱਚ ਜਾਈਂ ਤੇ ਸ਼ਾਮ ਵਿੱਚ ਹੀ ਆਈਂ। ਦੂਸਰੀ ਗੱਲ, ਆਪਣੇ ਘਰ ਦੇ ਚਾਰੇ ਪਾਸੇ ਚਮੜੇ ਦੀ ਵਾੜ ਬਣਾ ਲਈਂ। ਤੀਜੀ ਗੱਲ, ਹਮੇਸ਼ਾ ਮਿੱਠਾ ਕਰਕੇ ਖਾਈਂ ਤੇ ਚੌਥੀ ਗੱਲ, ਆਪਣੀ ਪਤਨੀ ਨੂੰ ਹਮੇਸ਼ਾ ਬੰਨ੍ਹ ਕੇ ਰੱਖੀਂ। ਇੰਨਾ ਕਹਿ ਕੇ ਉਹ ਧਨਵਾਨ ਸੇਠ ਨਿਸ਼ਚਿੰਤ ਹੋ ਗਿਆ। ਉਸ ਨੂੰ ਇਹ ਪੱਕਾ ਯਕੀਨ ਸੀ ਕਿ ਉਸ ਦਾ ਬੇਟਾ ਉਸ ਦੀਆਂ 4 ਗੱਲਾਂ ਨੂੰ ਜ਼ਰੂਰ ਮੰਨੇਗਾ ਤੇ ਆਪਣੇ ਜੀਵਨ ਵਿੱਚ ਇਹਨਾਂ ਨੂੰ ਉਤਾਰੇਗਾ। ਦੇਖਦੇ ਹੀ ਦੇਖਦੇ ਕੁਝ ਮਹੀਨੇ ਲੰਘ ਗਏ ਤੇ ਫਿਰ ਉਹ ਧਨਵਾਨ ਸੇਠ ਦੀ ਮੌਤ ਹੋ ਗਈ। ਆਪਣੇ ਪਿਤਾ ਦੀ ਮੌਤ ਤੋਂ ਬਾਅਦ ਉਸ ਧਨਵਾਨ ਸੇਠ ਦੇ ਮੁੰਡੇ ਨੇ ਉਹਨਾਂ 4 ਗੱਲਾਂ ਨੂੰ ਇੱਕ ਕਾਗਜ਼ ਤੇ ਲਿਖ ਲਿਆ ਤਾਂ ਕਿ ਉਹ ਇਹਨਾਂ ਗੱਲਾਂ ਨੂੰ ਭੁੱਲ ਨਾ ਜਾਵੇ ਤੇ ਉਹ ਇਹਨਾਂ ਗੱਲਾਂ ਨੂੰ ਆਪਣੇ ਜੀਵਨ ਵਿੱਚ ਉਤਾਰਨ ਲੱਗਿਆ। ਸਭ ਤੋਂ ਪਹਿਲੀ ਗੱਲ, ਜਿਹੜੀ ਕਿ ਉਸ ਦੇ ਪਿਤਾ ਨੇ ਕਹੀ ਸੀ ਕਿ ਸ਼ਾਮ ਵਿੱਚ ਹੀ ਕੰਮ ਤੇ ਜਾਣਾ ਤੇ ਸ਼ਾਮ ਵਿੱਚ ਹੀ ਆਉਣਾ। ਉਸਨੇ ਆਪਣੇ ਘਰ ਤੋਂ ਲੈ ਕੇ ਦੁਕਾਨ ਤੱਕ ਸਾਰੇ ਰਸਤੇ ਤੇ ਟੈਂਟ ਲਗਾ ਲਿਆ, ਕਿਉਂਕਿ ਉਸ ਕੋਲ ਪੈਸਾ ਬਹੁਤ ਸੀ ਤੇ ਉਸ ਨੂੰ ਕੋਈ ਰੋਕਣ ਵਾਲਾ ਵੀ ਨਹੀਂ ਸੀ। ਜਦ ਉਸ ਨੂੰ ਕੋਈ ਪੁੱਛਦਾ ਕਿ ਤੂੰ ਅਜਿਹਾ ਕਿਉਂ ਕੀਤਾ ਤਾਂ ਉਸ ਦੇ ਜਵਾਬ ਵਿੱਚ ਉਹ ਇੰਨਾ ਹੀ ਕਹਿੰਦਾ ਕਿ ਮੇਰੇ ਪਿਤਾ ਜੀ ਨੇ ਮੈਨੂੰ ਅਜਿਹਾ ਕਰਨ ਲਈ ਕਿਹਾ ਹੈ। ਇਸ ਤੋਂ ਬਾਅਦ ਉਸਨੇ ਆਪਣੇ ਪਿਤਾ ਜੀ ਦੀ ਅਗਲੀ ਗੱਲ ਦੀ ਪਾਲਣਾ ਕੀਤੀ। ਉਸਨੇ ਆਪਣੇ ਘਰ ਦੇ ਚਾਰੇ ਪਾਸੇ ਚਮੜੇ ਦੀ ਦੀਵਾਰ ਖੜੀ ਕਰਵਾ ਦਿੱਤੀ। ਇਸ ਨੂੰ ਦੇਖ ਕੇ ਆਸ-ਪਾਸ ਦੇ ਲੋਕ ਬਹੁਤ ਗੁੱਸੇ ਹੋ ਗਏ। ਲੋਕ ਉਸ ਨਾਲ ਲੜਨ ਲੱਗੇ ਕਿ ਤੂੰ ਅਜਿਹਾ ਕਿਉਂ ਕੀਤਾ, ਕਿਉਂਕਿ ਚਮੜੇ ਦੇ ਨਾਲ ਬਹੁਤ ਬਦਬੂ ਆਉਂਦੀ ਹੈ ਤੇ ਸਾਨੂੰ ਤਕਲੀਫ ਹੁੰਦੀ ਹੈ, ਤੂੰ ਇਸ ਨੂੰ ਹੁਣੇ ਹਟਵਾ ਦੇ। ਪਰ ਕੋਈ ਉਸ ਦਾ ਕੁਝ ਨਹੀਂ ਵਿਗਾੜ ਸਕਿਆ, ਕਿਉਂਕਿ ਉਸ ਕੋਲ ਤਾਂ ਪੈਸਾ ਬਹੁਤ ਸੀ। ਇਸ ਲਈ ਕੋਈ ਵੀ ਵਿਅਕਤੀ ਉਸ ਦਾ ਜ਼ਿਆਦਾ ਦੇਰ ਤੱਕ ਵਿਰੋਧ ਨਾ ਕਰ ਸਕਿਆ। ਪਰ ਉਸਨੇ ਆਪਣੇ ਮਨ ਵਿੱਚ ਪੱਕਾ ਇਰਾਦਾ ਕਰ ਲਿਆ ਸੀ ਕਿ ਉਹ ਆਪਣੇ ਪਿਤਾ ਜੀ ਦੀਆਂ ਗੱਲਾਂ ਨੂੰ ਪੂਰੇ ਤਰੀਕੇ ਨਾਲ ਅਪਣਾਵੇਗਾ। ਉਸ ਦੇ ਪਿਤਾ ਜੀ ਦੀ ਤੀਸਰੀ ਗੱਲ ਸੀ ਕਿ ਭੋਜਨ ਨੂੰ ਮਿੱਠਾ ਕਰਕੇ ਖਾਣਾ।
ਜਿਸ ਕਾਰਨ ਉਹ ਆਪਣੀ ਪਤਨੀ ਤੋਂ ਖਾਣੇ ਦੇ ਨਾਲ ਮਿੱਠਾ ਹੀ ਬਣਵਾਉਂਦਾ ਸੀ, ਜਿਵੇਂ ਸੇਵੀਆਂ, ਕਦੇ ਖੀਰ, ਕਦੇ ਕੜਾਹ, ਕਦੇ ਮਠਿਆਈ। ਹਮੇਸ਼ਾ ਇਹੀ ਖਾਣਾ ਖਾਂਦਾ ਰਹਿੰਦਾ ਤੇ ਉਸਦੇ ਪਿਤਾ ਜੀ ਨੇ ਚੌਥੀ ਗੱਲ ਕਹੀ ਸੀ, ਪਤਨੀ ਨੂੰ ਬੰਨ੍ਹ ਕੇ ਰੱਖੀ, ਜਿਸ ਕਾਰਨ ਉਹ ਹਰ ਰੋਜ਼ ਆਪਣੀ ਪਤਨੀ ਨੂੰ ਰੱਸੀ ਨਾਲ ਬੰਨ੍ਹ ਕੇ ਰੱਖਦਾ। ਇਸੇ ਤਰ੍ਹਾਂ ਕਈ ਦਿਨ ਲੰਘ ਗਏ। ਹੌਲੀ ਹੌਲੀ ਉਸ ਸੇਠ ਦੇ ਬੇਟੇ ਦਾ ਜੀਵਨ ਬਰਬਾਦ ਹੋਣ ਲੱਗਿਆ ਸੀ, ਕਿਉਂਕਿ ਉਸਨੇ ਆਪਣੇ ਪਿਤਾ ਦੀਆਂ ਸਾਰੀਆਂ ਗੱਲਾਂ ਦਾ ਮਤਲਬ ਗਲਤ ਕੱਢਿਆ ਸੀ। ਦੇਖਦੇ ਹੀ ਦੇਖਦੇ ਉਸ ਦਾ ਐਡਾ ਵੱਡਾ ਵਪਾਰ ਠੱਪ ਪੈਣ ਲੱਗਿਆ ਸੀ। ਉਸਦੀ ਦੁਕਾਨ 'ਤੇ ਗ੍ਰਾਹਕਾਂ ਦੀ ਗਿਣਤੀ ਘੱਟ ਹੋਣ ਲੱਗੀ ਸੀ, ਕਿਉਂਕਿ ਜਦ ਉਸਦਾ ਮਨ ਕਰਦਾ ਉਹ ਉਸ ਸਮੇਂ ਦੁਕਾਨ 'ਤੇ ਜਾਂਦਾ ਤੇ ਜਦ ਉਸਦਾ ਮਨ ਕਰਦਾ ਦੁਕਾਨ ਤੋਂ ਵਾਪਸ ਘਰ ਆ ਜਾਂਦਾ। ਉਸ ਦਾ ਆਪਣੇ ਪਿਤਾ ਜੀ ਦੇ ਇਸ ਕਾਰੋਬਾਰ ਵਿੱਚ ਮਨ ਨਹੀਂ ਲੱਗ ਰਿਹਾ ਸੀ, ਜਿਸ ਕਾਰਨ ਉਸਦੇ ਸਾਰੇ ਗ੍ਰਾਹਕ ਇੱਕ ਇੱਕ ਕਰਕੇ ਦੁਕਾਨ ਨੂੰ ਛੱਡਦੇ ਜਾ ਰਹੇ ਸੀ ਤੇ ਉਸ ਦਾ ਪੂਰਾ ਵਪਾਰ ਠੱਪ ਹੋ ਗਿਆ ਸੀ। ਜਿਸ ਵਪਾਰ ਨੂੰ ਖੜਾ ਕਰਨ ਵਿੱਚ ਉਸਦੇ ਪਿਤਾ ਜੀ ਨੇ ਦਿਨ ਰਾਤ ਇੱਕ ਕਰ ਦਿੱਤਾ ਸੀ, ਉਸ ਵਪਾਰ ਨੂੰ ਉਸਨੇ ਕੁਝ ਹੀ ਮਹੀਨਿਆਂ ਵਿੱਚ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ। ਵਪਾਰ ਵਿੱਚ ਮੰਦਾ ਹੋਣ ਕਰਕੇ ਉਹ ਬਹੁਤ ਪਰੇਸ਼ਾਨ ਰਹਿੰਦਾ ਸੀ ਤੇ ਜਿਹੜੀ ਉਸਨੇ ਘਰ ਦੇ ਆਸ-ਪਾਸ ਚਮੜੇ ਦੀ ਦੀਵਾਰ ਖੜੀ ਕਰਵਾਈ ਸੀ, ਉਸ ਦੇ ਕਾਰਨ ਬਹੁਤ ਗੰਦੀ ਬਦਬੂ ਫੈਲ ਚੁੱਕੀ ਸੀ। ਇਸ ਲਈ ਜਿਹੜੇ ਉਸਦੇ ਆਸ-ਪਾਸ ਲੋਕ ਰਹਿੰਦੇ ਸਨ, ਉਹਨਾਂ ਨੇ ਆਪਣੇ ਘਰ ਛੱਡ ਕੇ ਹੋਰ ਜਗ੍ਹਾ ਬਸੇਰਾ ਬਣਾ ਲਿਆ ਸੀ। ਚਮੜੇ ਦੀ ਬਦਬੂ ਦੇ ਕਾਰਨ ਹੁਣ ਉਸ ਦੇ ਘਰ ਕੋਈ ਨਹੀਂ ਆਉਂਦਾ ਸੀ। ਉਸ ਦੇ ਦੋਸਤ ਤੇ ਰਿਸ਼ਤੇਦਾਰ ਵੀ ਉਸ ਦੇ ਘਰ ਆਉਣ ਤੋਂ ਕਤਰਾਉਂਦੇ ਸਨ, ਪਰ ਉਸ ਨੂੰ ਹੁਣ ਵੀ ਸਮਝ ਨਹੀਂ ਆ ਰਿਹਾ ਸੀ ਕਿ ਇਹ ਹੋ ਕੀ ਰਿਹਾ ਹੈ ਤੇ ਉਹ ਹਮੇਸ਼ਾ ਮਿੱਠਾ ਭੋਜਨ ਕਰਿਆ ਕਰਦਾ ਸੀ, ਜਿਸ ਕਾਰਨ ਉਸ ਦਾ ਵਜ਼ਨ ਬਹੁਤ ਜ਼ਿਆਦਾ ਵੱਧ ਗਿਆ। ਇਸ ਮੋਟਾਪੇ ਦੀ ਵਜ੍ਹਾ ਨਾਲ ਉਸ ਦੇ ਸਰੀਰ ਵਿੱਚ ਪਤਾ ਨਹੀਂ ਕਿੰਨੀਆਂ ਬਿਮਾਰੀਆਂ ਨੇ ਘਰ ਕਰ ਲਿਆ ਸੀ। ਹਰ ਦਿਨ ਉਹਨਾਂ ਦੇ ਘਰ ਵੈਦ ਆਏ ਰਹਿੰਦੇ ਸੀ। ਇਹਨਾਂ ਸਭ ਚੀਜ਼ਾਂ ਵਿੱਚ ਵੀ ਬਹੁਤ ਪੈਸਾ ਬਰਬਾਦ ਹੋਣ ਲੱਗਿਆ ਸੀ ਤੇ ਉਸਨੇ ਆਪਣੇ ਪਿਤਾ ਦੀ ਚੌਥੀ ਗੱਲ ਵੀ ਮੰਨੀ ਸੀ। ਉਹ ਸੀ ਆਪਣੀ ਪਤਨੀ ਨੂੰ ਬੰਨ੍ਹ ਕੇ ਰੱਖਣਾ, ਜਿਸ ਦੀ ਵਜ੍ਹਾ ਨਾਲ ਉਸ ਦੀ ਪਤਨੀ ਉਸ ਨਾਲ ਨਾਰਾਜ਼ ਹੋ ਗਈ ਤੇ ਘਰ ਛੱਡ ਕੇ ਚਲੀ ਗਈ। ਉਸਨੇ ਆਪਣੀ ਪਤਨੀ ਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਨਾ ਮੰਨੀ। ਦੇਖਦੇ ਹੀ ਦੇਖਦੇ ਉਸ ਸੇਠ ਦੇ ਬੇਟੇ ਦਾ ਜੀਵਨ ਬਰਬਾਦ ਹੋ ਗਿਆ ਸੀ। ਨਾ ਹੀ ਉਸ ਦਾ ਵਪਾਰ ਬਚਿਆ ਸੀ, ਨਾ ਧਨ ਦੌਲਤ ਤੇ ਨਾ ਹੀ ਪਤਨੀ ਤੇ ਨਾ ਹੀ ਉਹ ਰਿਸ਼ਤੇਦਾਰ ਜੋ ਪੈਸੇ ਦੇ ਖਾਤਰ ਉਸ ਦੇ ਅੱਗੇ ਪਿੱਛੇ ਘੁੰਮਦੇ ਰਹਿੰਦੇ ਸਨ। ਹੋਰ ਤਾਂ ਹੋਰ ਹੁਣ ਉਸ ਦੀ ਸਿਹਤ ਵੀ ਠੀਕ ਨਹੀਂ ਰਹਿੰਦੀ ਸੀ, ਜਿਸ ਕਾਰਨ ਉਹ ਪਰੇਸ਼ਾਨ ਰਹਿਣ ਲੱਗਿਆ ਸੀ। ਉਸ ਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਇਹ ਸਭ ਕੀ ਹੋ ਰਿਹਾ ਹੈ ਤੇ ਕਿਉਂ ਹੋ ਰਿਹਾ ਹੈ। ਹੁਣ ਉਹ ਮਨ ਹੀ ਮਨ ਆਪਣੇ ਪਿਤਾ ਜੀ ਨੂੰ ਕੋਸਦਾ ਕਿ ਪਿਤਾ ਜੀ ਨੇ ਮੇਰਾ ਸਾਰਾ ਜੀਵਨ ਬਰਬਾਦ ਕਰ ਦਿੱਤਾ। ਉਹ ਮਨ ਹੀ ਮਨ ਆਪਣੇ ਪਿਤਾ ਜੀ ਨੂੰ ਕਹਿੰਦਾ ਹੈ ਕਿ ਜੇ ਮੈਂ ਤੁਹਾਡੀਆਂ 4 ਗੱਲਾਂ ਨਾ ਮੰਨੀਆਂ ਹੁੰਦੀਆਂ, ਉਹਨਾਂ ਨੂੰ ਆਪਣੇ ਜੀਵਨ ਵਿੱਚ ਨਾ ਉਤਾਰਿਆ ਹੁੰਦਾ, ਤਾਂ ਮੈਂ ਇੱਕ ਸੁਖਮਈ ਜੀਵਨ ਜੀ ਰਿਹਾ ਹੁੰਦਾ। ਤੁਹਾਡੀਆਂ ਗੱਲਾਂ 'ਤੇ ਚੱਲ ਕੇ ਮੈਨੂੰ ਕੀ ਮਿਲਿਆ? ਪਰ ਮੈਂ ਹੀ ਮੂਰਖ ਸੀ, ਇੱਕ ਆਗਿਆਕਾਰੀ ਪੁੱਤਰ ਬਣ ਕੇ ਤੁਹਾਡੀਆਂ ਸਾਰੀਆਂ ਗੱਲਾਂ ਮੰਨੀਆਂ ਤੇ ਆਪਣੇ ਜੀਵਨ ਨੂੰ ਬਰਬਾਦ ਕਰ ਲਿਆ। ਹੁਣ ਨਾ ਤਾਂ ਮੇਰੇ ਕੋਲ ਧਨ ਦੌਲਤ ਬਚੀ ਹੈ ਤੇ ਨਾ ਹੀ ਮੇਰੀ ਪਤਨੀ ਤੇ ਨਾ ਹੀ ਮੇਰਾ ਕੋਈ ਰਿਸ਼ਤੇਦਾਰ ਬਚਿਆ ਹੈ ਤੇ ਨਾ ਹੀ ਮੇਰੀ ਸਿਹਤ ਬਚੀ ਹੈ। ਇੰਨਾ ਕਹਿ ਕੇ ਉਹ ਫੁੱਟ-ਫੁੱਟ ਕੇ ਰੋਣ ਲੱਗਾ। ਇੱਕ ਦਿਨ ਉਸ ਨੂੰ ਪਤਾ ਚੱਲਿਆ ਕਿ ਨਾਲ ਦੇ ਪਿੰਡ ਵਿੱਚ ਇੱਕ ਸਾਧੂ ਆਏ ਹੋਏ ਹਨ। ਉਹ ਸਾਧੂ ਬਾਬਾ ਸਭ ਦੀਆਂ ਸਮੱਸਿਆਵਾਂ ਦਾ ਹੱਲ ਕਰਦੇ ਹਨ, ਚਾਹੇ ਸਮੱਸਿਆ ਕਿੰਨੀ ਵੱਡੀ ਹੀ ਕਿਉਂ ਨਾ ਹੋਵੇ, ਉਹ ਸਭ ਦਾ ਹੱਲ ਕਰਦੇ ਹਨ। ਇਹ ਸੁਣ ਕੇ ਉਸਨੇ ਸੋਚਿਆ ਕਿ ਚਲੋ ਇੱਕ ਵਾਰ ਜਾ ਕੇ ਸਾਧੂ ਬਾਬਾ ਨੂੰ ਮਿਲ ਆਉਂਦੇ ਹਾਂ, ਹੋ ਸਕਦਾ ਹੈ ਮੇਰੀ ਸਮੱਸਿਆ ਦਾ ਵੀ ਨਿਵਾਰਨ ਹੋ ਜਾਵੇ। ਇਹ ਸੋਚ ਕੇ ਉਹ ਸਾਧੂ ਬਾਬਾ ਕੋਲ ਚਲੇ ਗਿਆ ਤੇ ਜਾ ਕੇ ਉਹਨਾਂ ਦੇ ਚਰਨਾਂ ਵਿੱਚ ਡਿੱਗ ਗਿਆ ਤੇ ਉੱਚੀ ਉੱਚੀ ਰੋਣ ਲੱਗਿਆ ਤੇ ਕਹਿਣ ਲੱਗਿਆ ਕਿ ਹੇ ਗੁਰੂ ਜੀ, ਤੁਸੀਂ ਹੀ ਮੈਨੂੰ ਬਚਾ ਸਕਦੇ ਹੋ। ਮੇਰੇ ਪਿਤਾ ਜੀ ਨੇ ਤਾਂ ਮੇਰਾ ਸਾਰਾ ਜੀਵਨ ਬਰਬਾਦ ਕਰਕੇ ਰੱਖ ਦਿੱਤਾ। ਅੱਜ ਮੇਰੀ ਜੋ ਹਾਲਤ ਹੈ ਉਹ ਮੇਰੇ ਪਿਤਾ ਜੀ ਦੇ ਕਾਰਨ ਹੀ ਹੈ। ਮੈਂ ਆਪਣੇ ਪਿਤਾ ਜੀ ਦੀਆਂ ਸਾਰੀਆਂ ਗੱਲਾਂ ਮੰਨੀਆਂ, ਇੱਕ ਚੰਗਾ ਬੇਟਾ ਬਣਿਆ, ਪਰ ਮੇਰੇ ਪਿਤਾ ਜੀ ਮਰਦੇ ਮਰਦੇ ਵੀ ਮੈਨੂੰ ਗਲਤ ਗੱਲਾਂ ਸਿਖਾ ਗਏ। ਮੈਂ ਅੱਜ ਤੱਕ ਇਹ ਨਹੀਂ ਸਮਝ ਸਕਿਆ ਕਿ ਮੇਰੇ ਪਿਤਾ ਜੀ ਨੇ ਮੇਰੇ ਨਾਲ ਇਸ ਤਰ੍ਹਾਂ ਕਿਉਂ ਕੀਤਾ। ਫਿਰ ਸਾਧੂ ਬਾਬਾ ਕਹਿਣ ਲੱਗੇ ਕਿ ਬੇਟਾ ਚੁੱਪ ਹੋ ਜਾ, ਪਹਿਲਾਂ ਮੈਨੂੰ ਸਾਰੀ ਗੱਲ ਦੱਸ ਕਿ ਕੀ ਤੇਰੇ ਨਾਲ ਕੀ ਹੋਇਆ ਹੈ, ਤੇਰੀ ਪਰੇਸ਼ਾਨੀ ਦਾ ਕੀ ਕਾਰਨ ਹੈ। ਸਾਧੂ ਦੇ ਇੰਨਾ ਕਹਿਣ ਤੇ ਉਸ ਸੇਠ ਦੇ ਬੇਟੇ ਨੇ ਉਹ ਪਰਚੀ ਸਾਧੂ ਦੇ ਹੱਥ ਤੇ ਰੱਖ ਦਿੱਤੀ
ਜਿਹੜੀ ਉਸਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਲਿਖੀ ਸੀ, ਜਿਸ ਵਿੱਚੋਂ ਉਸਨੇ ਆਪਣੇ ਪਿਤਾ ਦੀਆਂ ਕਹੀਆਂ ਚਾਰੇ ਗੱਲਾਂ ਲਿਖੀਆਂ ਸਨ। ਜਿਵੇਂ ਹੀ ਸਾਧੂ ਨੇ ਪਰਚੀ ਫੜ ਕੇ ਪੜ੍ਹੀ, ਉਹ ਜ਼ੋਰ-ਜ਼ੋਰ ਦੀ ਹੱਸਣ ਲੱਗੇ। ਉਹ ਸੇਠ ਦੇ ਬੇਟੇ ਨੂੰ ਕਹਿੰਦੇ ਹਨ ਕਿ ਤੂੰ ਕਿੱਡਾ ਵੱਡਾ ਮੂਰਖ ਹਾਂ। ਤੇਰੇ ਪਿਤਾ ਜੀ ਨੇ ਤੈਨੂੰ ਸਾਰੀ ਦੁਨੀਆ ਦਾ ਗਿਆਨ ਦੇ ਦਿੱਤਾ, ਪਰ ਤੂੰ ਉਸ ਨੂੰ ਸਮਝ ਹੀ ਨਹੀਂ ਸਕਿਆ। ਤੂੰ ਉਸ ਦਾ ਸਹੀ ਤਰੀਕੇ ਨਾਲ ਪਾਲਣ ਨਹੀਂ ਕੀਤਾ ਤੇ ਤੂੰ ਕਹਿੰਦਾ ਹੈ ਕਿ ਤੇਰੇ ਪਿਤਾ ਜੀ ਗਲਤ ਦੱਸ ਗਏ। ਤੇਰੇ ਪਿਤਾ ਜੀ ਤਾਂ ਤੇਰੀ ਪ੍ਰੀਖਿਆ ਲੈ ਰਹੇ ਸੀ ਕਿ ਤੂੰ ਉਹਨਾਂ ਦੀ ਗੱਲ ਸਮਝ ਸਕਦਾ ਹੈ ਜਾਂ ਨਹੀਂ। ਜੇ ਉਹ ਚਾਹੁੰਦੇ ਤਾਂ ਉਹ ਤੈਨੂੰ ਇਹਨਾਂ ਦਾ ਮਤਲਬ ਚੰਗੀ ਤਰ੍ਹਾਂ ਸਮਝਾ ਸਕਦੇ ਸੀ, ਪਰ ਉਹ ਚਾਹੁੰਦੇ ਸੀ ਕਿ ਤੂੰ ਇਹਨਾਂ ਗੱਲਾਂ ਦਾ ਮਤਲਬ ਖੁਦ ਪਤਾ ਲਗਾਵੇਂ। ਪਰ ਤੇਰੇ ਵਰਗਾ ਮੂਰਖ ਮੈਂ ਅੱਜ ਤੱਕ ਨਹੀਂ ਦੇਖਿਆ। ਜਿਸ ਕੋਲ ਦੁਨੀਆ ਦਾ ਐਡਾ ਵੱਡਾ ਗਿਆਨ ਹੋਵੇ, ਉਹ ਇਹੋ ਜਿਹੀ ਮੂਰਖਤਾ ਕਿਵੇਂ ਕਰ ਸਕਦਾ ਹੈ? ਜੇ ਤੂੰ ਇਹਨਾਂ ਗੱਲਾਂ ਦਾ ਸਹੀ ਮਤਲਬ ਕੱਢਿਆ ਹੁੰਦਾ ਤਾਂ ਤੇਰਾ ਜੀਵਨ ਸੁਖਮਈ ਹੋਣਾ ਸੀ। ਜੇ ਤੈਨੂੰ ਇਹਨਾਂ ਗੱਲਾਂ ਦੀ ਖੁਦ ਸਮਝ ਨਹੀਂ ਲੱਗ ਰਹੀ ਸੀ ਤਾਂ ਤੂੰ ਕਿਸੇ ਗਿਆਨੀ ਤੋਂ ਪੁੱਛ ਲੈਂਦਾ। ਪਰ ਇਹਨਾਂ ਗੱਲਾਂ ਦਾ ਜੋ ਮਤਲਬ ਤੂੰ ਕੱਢਿਆ ਹੈ, ਇਹਨਾਂ ਦਾ ਉਹ ਮਤਲਬ ਨਹੀਂ ਹੈ। ਇਸ ਤੇ ਉਸ ਸੇਠ ਦਾ ਬੇਟਾ ਕਹਿੰਦਾ ਹੈ, ਹੇ ਗੁਰੂ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕਿ ਮੈਂ ਆਪਣੇ ਪਿਤਾ ਜੀ ਦੀਆਂ ਗੱਲਾਂ ਨੂੰ ਸਹੀ ਨਹੀਂ ਸਮਝਿਆ? ਵੈਸੇ ਵੀ ਇਹਨਾਂ ਵਿੱਚ ਸਮਝਣ ਲਾਇਕ ਹੈ ਵੀ ਕੀ ਸੀ? ਉਹਨਾਂ ਨੇ ਤਾਂ ਸਾਫ਼-ਸਾਫ਼ ਕਿਹਾ ਸੀ ਤੇ ਮੈਂ ਉਸੇ ਤਰ੍ਹਾਂ ਆਪਣੀ ਜ਼ਿੰਦਗੀ ਵਿੱਚ ਉਤਾਰ ਲਿਆ। ਇਸ ਵਿੱਚ ਮੈਂ ਗਲਤ ਕੀ ਕੀਤਾ? ਇਸ ਤੇ ਗੁਰੂ ਜੀ ਮੁਸਕਰਾਏ ਤੇ ਕਹਿਣ ਲੱਗੇ, ਬੇਟਾ, ਇਹ ਜੋ ਗੱਲਾਂ ਲਿਖੀਆਂ ਗਈਆਂ ਹਨ, ਇਹਨਾਂ ਵਿੱਚ ਗਹਿਰਾ ਅਰਥ ਹੈ ਜਿਹੜਾ ਤੂੰ ਨਹੀਂ ਸਮਝ ਸਕਿਆ। ਪਰ ਅਜੇ ਵੀ ਕੁਝ ਨਹੀਂ ਵਿਗੜਿਆ, ਅਜੇ ਵੀ ਬਹੁਤ ਸਮਾਂ ਹੈ। ਤੂੰ ਅਜੇ ਵੀ ਮਿਹਨਤ ਕਰਕੇ ਖੁਸ਼ਹਾਲੀ ਪਾ ਸਕਦਾ ਏਂ। ਸੇਠ ਦਾ ਬੇਟਾ ਕਹਿੰਦਾ ਹੈ ਕਿ ਗੁਰੂ ਜੀ, ਮੈਨੂੰ ਉਹਨਾਂ ਗੱਲਾਂ ਦਾ ਅਰਥ ਸਮਝਾਓ। ਆਖਿਰ ਉਹਨਾਂ ਚਾਰ ਗੱਲਾਂ ਦਾ ਕੀ ਅਰਥ ਹੈ? ਗੁਰੂ ਜੀ ਕਹਿਣ ਲੱਗੇ ਕਿ ਪਹਿਲੀ ਗੱਲ ਜਿਹੜੀ ਤੇਰੇ ਪਿਤਾ ਜੀ ਨੇ ਕਹੀ ਸੀ ਕਿ ਸ਼ਾਮ ਵਿੱਚ ਕੰਮ ਤੇ ਜਾਣਾ ਤੇ ਸ਼ਾਮ ਵਿੱਚ ਹੀ ਆਉਣਾ, ਇਸ ਦਾ ਮਤਲਬ ਹੈ ਕਿ ਸੂਰਜ ਨਿਕਲ ਤੋਂ ਪਹਿਲਾਂ ਹੀ ਤੂੰ ਦੁਕਾਨ ਤੇ ਪਹੁੰਚ ਜਾਣਾ ਤੇ ਸੂਰਿਆਸਤ ਹੋਣ ਤੋਂ ਬਾਅਦ ਹੀ ਦੁਕਾਨ ਤੋਂ ਵਾਪਸ ਆਉਣਾ। ਇਸ ਤਰ੍ਹਾਂ ਤੈਨੂੰ ਜ਼ਿਆਦਾ ਤੋਂ ਜ਼ਿਆਦਾ ਸਮਾਂ ਦੁਕਾਨ ਤੇ ਮਿਲ ਜਾਵੇਗਾ ਤੇ ਤੂੰ ਆਪਣੇ ਕੰਮ ਨੂੰ ਚੰਗੀ ਤਰ੍ਹਾਂ ਸਮਝ ਸਕੇਂਗਾ ਤੇ ਚੰਗੀ ਤਰ੍ਹਾਂ ਕਰ ਸਕੇਂਗਾ। ਉਸ ਕੰਮ ਨੂੰ ਵਧਾਉਣ ਵਿੱਚ ਤੂੰ ਆਪਣਾ ਦਿਮਾਗ ਲਗਾ ਪਾਵੇਂਗਾ ਤੇ ਫਿਰ ਤੂੰ ਆਪਣੇ ਕੰਮ ਵਿੱਚ ਤਰੱਕੀ ਕਰ ਸਕੇਂਗਾ। ਪਰ ਤੂੰ ਤਾਂ ਟੈਂਟ ਲਗਵਾ ਕੇ ਆਪਣੇ ਪਿਤਾ ਜੀ ਦੀਆਂ ਗੱਲਾਂ ਦਾ ਗਲਤ ਮਤਲਬ ਕੱਢ ਲਿਆ। ਇਹ ਸੁਣ ਕੇ ਸੇਠ ਦਾ ਬੇਟਾ ਜ਼ੋਰ-ਜ਼ੋਰ ਦੀ ਰੋਣ ਲੱਗਿਆ ਤੇ ਕਹਿਣ ਲੱਗਾ ਕਿ ਹੇ ਗੁਰੂ ਜੀ, ਮੇਰੀ ਹੀ ਗਲਤੀ ਸੀ। ਮੈਂ ਇਸ ਨੂੰ ਸਮਝ ਨਹੀਂ ਸਕਿਆ, ਜਿਸ ਕਾਰਨ ਮੇਰੀ ਬਰਬਾਦੀ ਹੋਈ। ਫਿਰ ਗੁਰੂ ਜੀ ਦੂਜੀ ਗੱਲ ਦਾ ਅਰਥ ਸਮਝਾਉਣ ਲੱਗੇ। ਚਮੜੇ ਦੀ ਵਾੜ ਕਰਾਉਣਾ, ਇਸ ਦਾ ਮਤਲਬ ਇਹ ਹੈ ਕਿ ਤੂੰ ਆਪਣੇ ਘਰ ਵਿੱਚ ਕੁੱਤਾ ਜਾਂ ਬਿੱਲੀ ਪਾਲਣਾ। ਜਦ ਤੂੰ ਆਪਣੇ ਘਰ ਵਿੱਚ ਕੁੱਤਾ ਜਾਂ ਬਿੱਲੀ ਪਾਲ ਲਵੇਂਗਾ ਤਾਂ ਇਹ ਤੇਰੇ ਘਰ ਦੀ ਚਾਰੇ ਪਾਸੇ ਤੋਂ ਰਾਖੀ ਕਰਨਗੇ, ਜਿਸ ਨਾਲ ਤੇਰੀ ਧਨ ਦੌਲਤ ਪੂਰੀ ਤਰ੍ਹਾਂ ਸੁਰੱਖਿਅਤ ਰਹੇਗੀ ਤੇ ਤੂੰ ਆਪਣੀ ਦੁਕਾਨ ਤੇ ਬੇਫਿਕਰ ਹੋ ਕੇ ਆਪਣਾ ਪੂਰਾ ਮਨ ਲਗਾ ਸਕੇਂਗਾ ਤੇ ਤਰੱਕੀ ਕਰ ਸਕੇਂਗਾ। ਚਮੜੇ ਦੀ ਵਾੜ ਕਰਾਉਣ ਦਾ ਇਹ ਮਤਲਬ ਸੀ, ਪਰ ਤੂੰ ਇਸ ਨੂੰ ਵੀ ਗਲਤ ਸਮਝ ਲਿਆ। ਇਸ ਤੋਂ ਬਾਅਦ ਸੇਠ ਦਾ ਬੇਟਾ ਕਹਿੰਦਾ ਹੈ ਕਿ ਹੇ ਗੁਰੂ ਜੀ, ਤੀਜੀ ਗੱਲ ਤਾਂ ਖਾਣੇ ਨੂੰ ਮਿੱਠਾ ਕਰਕੇ ਖਾਣਾ ਸੀ। ਇਸ ਵਿੱਚ ਮੈਂ ਕੀ ਗਲਤ ਸਮਝ ਲਿਆ? ਮਿੱਠਾ ਖਾ ਕੇ ਤਾਂ ਮੇਰਾ ਸਰੀਰ ਵੀ ਵਜ਼ਨਦਾਰ ਹੋ ਗਿਆ ਹੈ ਤੇ ਬਿਮਾਰੀਆਂ ਨੇ ਇਸ ਨੂੰ ਘੇਰ ਲਿਆ ਹੈ। ਕੀ ਮੈਂ ਇਸ ਦਾ ਵੀ ਗਲਤ ਅਰਥ ਕੱਢਿਆ ਹੈ? ਤਾਂ ਇਸ ਤੇ ਗੁਰੂ ਜੀ ਕਹਿੰਦੇ ਹਨ ਕਿ ਹਾਂ, ਇਸ ਦਾ ਵੀ ਤੂੰ ਗਲਤ ਅਰਥ ਕੱਢਿਆ ਹੈ। ਇਸ ਦਾ ਮਤਲਬ ਇਹ ਹੈ ਕਿ ਜਦ ਵੀ ਤੈਨੂੰ ਭੁੱਖ ਬਹੁਤ ਤੇਜ਼ ਲੱਗੇ, ਤੂੰ ਤਦ ਹੀ ਭੋਜਨ ਕਰਨਾ ਹੈ, ਨਾ ਹੀ ਉਸ ਤੋਂ ਪਹਿਲਾਂ ਤੇ ਨਾ ਹੀ ਉਸ ਤੋਂ ਬਾਅਦ ਭੋਜਨ ਕਰਨਾ ਹੈ। ਜੇ ਤੈਨੂੰ ਭੁੱਖ ਨਹੀਂ ਲੱਗੀ ਹੋਵੇਗੀ ਤੇ ਭੋਜਨ ਤੈਨੂੰ ਮਿਲ ਜਾਵੇ ਤਾਂ ਤੂੰ ਉਸ ਭੋਜਨ ਦੀ ਕਦੇ ਕਦਰ ਨਹੀਂ ਕਰੇਗਾ। ਉਹ ਰੋਟੀ ਤੈਨੂੰ ਕਦੇ ਮਿੱਠੀ ਨਹੀਂ ਲੱਗੇਗੀ। ਫਿਰ ਉਹ ਭੋਜਨ ਚਾਹੇ ਕਿੰਨਾ ਵੀ ਸਵਾਦਿਸ਼ਟ ਕਿਉਂ ਨਾ ਹੋਵੇ, ਕਿੰਨਾ ਹੀ ਲਾਜਵਾਬ ਕਿਉਂ ਨਾ ਹੋਵੇ, ਤੂੰ ਉਸ ਦੀ ਕਦਰ ਕਦੇ ਨਹੀਂ ਕਰ ਸਕੇਂਗਾ। ਪਰ ਜਦ ਇੱਕ ਵਿਅਕਤੀ ਨੂੰ ਬਹੁਤ ਜ਼ੋਰ ਦੀ ਭੁੱਖ ਲੱਗੀ ਹੁੰਦੀ ਹੈ ਤਾਂ ਉਸ ਦੇ ਸਾਹਮਣੇ ਚਾਹੇ ਸੁੱਕੀ ਰੋਟੀ ਵੀ ਰੱਖ ਦਿਓ ਤਾਂ ਵੀ ਉਸ ਨੂੰ ਮਿੱਠੀ ਲੱਗਦੀ ਹੈ। ਉਸ ਨੂੰ ਉਸ ਦੀ ਕਦਰ ਹੁੰਦੀ ਹੈ, ਉਹ ਉਸ ਨੂੰ ਆਦਰ ਨਾਲ ਖਾਂਦਾ ਹੈ। ਇਸ ਲਈ ਤੇਰੇ ਪਿਤਾ ਜੀ ਨੇ ਕਿਹਾ ਸੀ ਕਿ ਭੋਜਨ ਨੂੰ ਮਿੱਠਾ ਕਰਕੇ ਖਾਣਾ, ਕਿਉਂਕਿ ਇਸ ਨਾਲ ਸਿਹਤ ਵੀ ਚੰਗੀ ਰਹਿੰਦੀ ਹੈ। ਕਿਉਂਕਿ ਇੱਕ ਵਿਅਕਤੀ ਨੂੰ ਜਦ ਭੁੱਖ ਲੱਗੀ ਹੁੰਦੀ ਹੈ ਤੇ ਉਹ ਭੋਜਨ ਕਰਦਾ ਹੈ ਤਾਂ ਉਹ ਭੋਜਨ ਉਸ ਲਈ ਅੰਮ੍ਰਿਤ ਸਮਾਨ ਹੁੰਦਾ ਹੈ। ਤੇ ਤੇਰੇ ਪਿਤਾ ਜੀ ਦੀ ਚੌਥੀ ਗੱਲ, ਪਤਨੀ ਨੂੰ ਬੰਨ੍ਹ ਕੇ ਰੱਖਣਾ। ਇਸ ਦਾ ਮਤਲਬ ਇਹ ਨਹੀਂ ਹੈ ਕਿ ਤੂੰ ਆਪਣੀ ਪਤਨੀ ਨੂੰ ਰੱਸੀ ਨਾਲ ਬੰਨ੍ਹ ਕੇ ਰੱਖੇਂ, ਸਗੋਂ ਇਸ ਦਾ ਮਤਲਬ ਇਹ ਹੈ ਕਿ ਜਦ ਵੀ ਤੁਹਾਡੇ ਦੋਨਾਂ ਵਿੱਚ ਆਪਸੀ ਮਤਭੇਦ ਹੋ ਜਾਵੇ,
ਕੋਈ ਛੋਟਾ-ਮੋਟਾ ਲੜਾਈ ਝਗੜਾ ਹੋ ਜਾਵੇ ਤਾਂ ਤੂੰ ਆਪਣੀ ਪਤਨੀ 'ਤੇ ਹੱਥ ਨਹੀਂ ਚੁੱਕਣਾ। ਜਦ ਤੱਕ ਇੱਕ ਔਰਤ ਦਾ ਪਤੀ ਉਸ ਨਾਲ ਇੱਕ ਰਿਸ਼ਤੇ ਨਾਲ ਬੰਨ੍ਹਿਆ ਹੁੰਦਾ ਹੈ ਤਾਂ ਉਹ ਆਪਣੇ ਰਿਸ਼ਤੇ ਵਿੱਚ ਬੰਨ੍ਹੀ ਜਾਂਦੀ ਹੈ ਤੇ ਫਿਰ ਉਹ ਆਪਣੀ ਰਿਸ਼ਤੇ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਂਦੀ ਹੈ। ਜੇ ਤੁਹਾਡੇ ਵਿੱਚ ਕੋਈ ਲੜਾਈ ਝਗੜਾ ਹੋ ਜਾਵੇ, ਕੋਈ ਗਲਤੀਆਂ ਹੋ ਜਾਣ, ਤਾਂ ਉਸ ਸਮੇਂ ਜੇ ਤੁਸੀਂ ਆਪਣੀ ਪਤਨੀ ਦਾ ਸਾਥ ਨਹੀਂ ਛੱਡਦੇ ਹੋ ਤਾਂ ਉਹ ਤੁਹਾਨੂੰ ਛੱਡ ਕੇ ਕਦੇ ਨਹੀਂ ਜਾਵੇਗੀ। ਤੇਰੇ ਪਿਤਾ ਜੀ ਇਹ ਕਹਿਣਾ ਚਾਹੁੰਦੇ ਸਨ ਕਿ ਜੋ ਵੀ ਵਿਅਕਤੀ ਤੇਰੇ ਨਾਲ ਕਿਸੇ ਰਿਸ਼ਤੇ ਵਿੱਚ ਜੁੜਿਆ ਹੋਇਆ ਹੈ, ਉਸ ਨੂੰ ਆਪਣੇ ਰਿਸ਼ਤੇ ਵਿੱਚ ਇਸ ਤਰ੍ਹਾਂ ਬੰਨ੍ਹ ਲਓ ਕਿ ਉਹ ਤੁਹਾਡੇ ਨਾਲ ਲੜਾਈ ਝਗੜੇ ਤੋਂ ਬਾਅਦ ਵੀ ਤੁਹਾਡਾ ਕੋਈ ਨੁਕਸਾਨ ਨਾ ਕਰ ਸਕੇ, ਉਹ ਤੇਰੇ ਨਾਲ ਕੁਝ ਗਲਤ ਨਾ ਕਰ ਸਕੇ ਤੇ ਤੇਰਾ ਕੋਈ ਫਾਇਦਾ ਨਾ ਉਠਾ ਸਕੇ। ਆਪਣੇ ਰਿਸ਼ਤਿਆਂ ਨੂੰ ਹਮੇਸ਼ਾ ਬੰਨ੍ਹ ਕੇ ਰੱਖਣਾ। ਪਰ ਤੂੰ ਤਾਂ ਆਪਣੀ ਪਤਨੀ ਨੂੰ ਬੰਨ੍ਹ ਕੇ ਰੱਖਦਾ ਸੀ, ਇਸ ਲਈ ਉਹ ਤੈਨੂੰ ਛੱਡ ਕੇ ਚਲੀ ਗਈ। ਹੁਣ ਤੈਨੂੰ ਚਾਹੀਦਾ ਹੈ ਕਿ ਤੂੰ ਉਸ ਤੋਂ ਮਾफ़ੀ ਮੰਗੇ ਤੇ ਉਸ ਨੂੰ ਘਰ ਵਾਪਸ ਲੈ ਕੇ ਆ। ਤੇ ਇਹੀ 4 ਗੱਲਾਂ ਸੀ ਜੋ ਤੇਰੇ ਪਿਤਾ ਨੇ ਤੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਤੂੰ ਇਹਨਾਂ ਦਾ ਗਲਤ ਮਤਲਬ ਕੱਢ ਲਿਆ। ਤੇਰੇ ਕੋਲ ਅਜੇ ਵੀ ਸਮਾਂ ਏ, ਤੂੰ ਇਹਨਾਂ ਦਾ ਸਹੀ ਅਨੁਸਰਨ ਕਰਕੇ ਆਪਣੀ ਜ਼ਿੰਦਗੀ ਵਿੱਚ ਦੁਬਾਰਾ ਤੋਂ ਖੁਸ਼ਹਾਲ ਹੋ ਸਕਦਾ ਏ। ਇੰਨਾ ਕਹਿ ਕੇ ਸਾਧੂ ਬਾਬਾ ਸ਼ਾਂਤ ਹੋ ਗਏ। ਸੇਠ ਦਾ ਬੇਟਾ ਵੀ ਆਪਣੀਆਂ ਸਾਰੀਆਂ ਗਲਤੀਆਂ ਸਮਝ ਚੁੱਕਾ ਸੀ ਤੇ ਉਹਨਾਂ ਨੇ ਗੁਰੂ ਜੀ ਨੂੰ ਪ੍ਰਣਾਮ ਕੀਤਾ ਤੇ ਵਾਪਸ ਆ ਗਿਆ। ਫਿਰ ਉਸਨੇ ਇਹਨਾਂ 4 ਗੱਲਾਂ ਨੂੰ ਸਹੀ ਤਰੀਕੇ ਨਾਲ ਆਪਣੀ ਜ਼ਿੰਦਗੀ ਵਿੱਚ ਉਤਾਰਿਆ। ਉਸਨੇ ਇੱਕ ਵਾਰ ਫਿਰ ਤੋਂ ਆਪਣਾ ਵਪਾਰ ਖੜਾ ਕਰ ਲਿਆ। ਉਹ ਆਪਣੀ ਪਤਨੀ ਨੂੰ ਘਰ ਲੈ ਆਇਆ ਸੀ ਤੇ ਦੇਖਦੇ ਹੀ ਦੇਖਦੇ ਉਸ ਦਾ ਜੀਵਨ ਸੁਖਮਈ ਤੇ ਆਨੰਦਮਈ ਹੋ ਗਿਆ। ਤਾਂ ਦੋਸਤੋ, ਇਹ ਸੀ ਅੱਜ ਦੀ ਮੋਟੀਵੇਸ਼ਨਲ ਕਹਾਣੀ। ਇਸੇ ਤਰ੍ਹਾਂ ਦੀਆਂ ਹੋਰ ਮੋਟੀਵੇਸ਼ਨਲ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਧੰਨਵਾਦ ਜੀ।